ਤਰਸੇਮ ਸਿੰਘ ਭੰਗੂ ਦਾ ਨਾਵਲ ਫਰਸ਼ ਤੋਂ ਅਰਸ਼ ਤੱਕ ਦਾ 17ਵਾਂ ਅੰਗ ਦਾ ਬਾਕੀ ਦਾ ਭਾਗ। ਗੱਲਾਂ ਬਾਤਾਂ ਕਰਦਿਆਂ ਤਾਰੀ ਨੂੰ ਪਰਨੀਤ ਨੇ ਦੱਸਿਆ ਕਿ ਉਹਦੀ ਰਿਹਾਇਸ਼ ਕਸ਼ਮੀਰੀ ਗੇਟ ਹੈ। ਉਹਦਾ ਪਰਿਵਾਰ 1947 ਵੇਲੇ ਪਾਕਿਸਤਾਨ ਤੋਂ ਉੱਜੜ ਕੇ ਆਇਆ ਸੀ। ਬੜੀ ਮੁਸ਼ਕਲ ਨਾਲ ਕਾਰੋਬਾਰ ਚੱਲਿਆ। ਤਾਰੀ ਨੇ ਦੱਸਿਆ ਉਹ ਪਾਕਿਸਤਾਨ ਨੂੰ ਉੱਜੜ ਕੇ ਤਾਂ ਨਹੀਂ ਆਇਆ, ਪਰ ਉਹ ਵੀ ਦਿੱਲੀ ਦਾ ਪੱਕਾ ਰਿਹਾਇਸ਼ੀ ਨਹੀਂ ਹੈ। ਉੱਜੜਿਆ ਵਾਂਗ ਹੀ ਅੰਮ੍ਰਿਤਸਰੋਂ ਆ ਕੇ ਪ੍ਰੈਸ 'ਚ ਫੋਰਮੈਨ ਹੈ। ਪ੍ਰੈਸ ਵਿੱਚ ਹੀ ਫਿਲਹਾਲ ਰਹਿ ਰਿਹਾ ਹੈ। ਜਦੋਂ ਕੋਈ ਕਿਫਾਇਤੀ ਕਮਰਾ ਮਿਲ ਗਿਆ ਉਦੋਂ ਉੱਥੇ ਚਲਾ ਜਾਏਗਾ। ਜਦੋਂ ਕਿਸੇ 'ਤੇ ਦਿਲ ਆ ਜਾਂਦਾ ਉਹਦਾ ਬੋਝਾ ਨਹੀਂ ਵੇਖਿਆ ਜਾਂਦਾ। ਸਿਰਫ ਦਿਲਾਂ ਦੇ ਬਾਹਰੀ ਦਰਵਾਜ਼ੇ ਅੱਖਾਂ ਰਸਤੇ ਦਿਲ ਦੇ ਕਿਸੇ ਕੋਨੇ 'ਚ ਜਗ੍ਹਾ ਮੱਲ ਚੁੱਕੀ ਤਸਵੀਰ ਹੀ ਦਿਸਦੀ ਹੈ। ਹੋਰ ਕੁਝ ਵੀ ਨਜ਼ਰੀ ਨਹੀਂ ਪੈਂਦਾ। ਹੁਣ ਮਸਲਾ ਦੋ ਜਵਾਨ ਦਿਲਾਂ ਦੇ ਇਕਾਂਤ 'ਚ ਬੈਠ ਕੇ ਖੁੱਲ੍ਹੀਆਂ ਗੱਲਾਂ ਬਾਤਾਂ ਕਰਨ ਦਾ ਸੀ। ਤਾਰੀ ਬਤੌਰ ਫੋਰਮੈਨ ਕੰਮ ਛੱਡ ਕੇ ਬਹੁਤਾ ਕਿਧਰੇ ਆ ਜਾ ਵੀ ਨਹੀਂ ਸਕਦਾ ਸੀ। ਮੰਗਲਵਾਰ ਪ੍ਰੈਸ 'ਚ ਕਰਮਚਾਰੀਆਂ ਨੂੰ ਹਫ਼ਤਾਵਾਰੀ ਛੁੱਟੀ ਹੁੰਦੀ ਸੀ, ਸੋ ਫੈਸਲਾ ਇਹ ਹੋਇਆ ਕਿ ਪਰਨੀਤ ਮਿੱਥੇ ਸਮੇਂ ਅਨੁਸਾਰ ਮੰਗਲਵਾਰ ਪਹੁੰਚ ਜਾਇਆ ਕਰੇਗੀ ਤੇ ਅਗਲਾ ਪ੍ਰੋਗਰਾਮ ਮਿਲਣ 'ਤੇ ਤੈਅ ਕਰ ਲਿਆ ਜਾਇਆ ਕਰੇਗਾ। ਇਸ ਤਰ੍ਹਾਂ ਤਾਰੀ ਤੇ ਪਰਨੀਤ ਦੀਆਂ ਮਿਲਣੀਆਂ ਦਾ ਸਿਲਸਿਲਾ ਵਧਣ ਲੱਗਾ। ਦਿੱਲੀ ਵਰਗੇ ਮਹਾਨਗਰ 'ਚ ਕਿਸੇ ਨੂੰ ਕੋਈ ਮਤਲਬ ਨਹੀਂ ਕੌਣ ਕਿਹਦਾ ਫੁੱਫੜ, ਕਿਹਦੀ ਕਿਸੇ ਦੀ ਭੂਆ। ਪਰਨੀਤ ਲਗਭਗ ਹਰ ਮੰਗਲਵਾਰ ਤਾਰੀ ਕੋਲ ਪਹੁੰਚ ਜਾਂਦੀ। ਉਹ ਵੀ ਅੱਗੋਂ ਤਿਆਰ ਮਿਲਦਾ। ਕਿਸੇ ਰੈਸਟੋਰੈਂਟ ਦਾ ਵੱਖਰਾ ਕੈਬਿਨ ਰਾਜਘਾਟ ਦੇ ਅੰਦਰ ਖੁੱਲ੍ਹੀ ਨਿਵੇਕਲੀ ਥਾਂ, ਫਿਰੋਜ਼ਸ਼ਾਹ ਕੋਟਲਾ ਮੈਦਾਨ ਨੇੜੇ ਪੁਰਾਤੱਤਵ ਵਿਭਾਗ ਅਧੀਨ ਕਿਸੇ ਪੁਰਾਣੀ ਇਮਾਰਤ ਦੇ ਖੰਡਰਾਤ ਤਾਰੀ ਵਰਗੇ ਪ੍ਰੇਮੀਆਂ ਦੇ ਮਿਲਣ ਦੀਆਂ ਥਾਵਾਂ ਸੀ। ਮਹੀਨੇ 'ਚ ਇੱਕ ਅੱਧੀ ਵਾਰੀ ਤਾਰੀ ਕਿਸੇ ਸਿਨੇਮੇ 'ਚ ਦੁਪਹਿਰ ਦੇ ਸ਼ੋਅ ਦੀਆਂ 2 ਟਿਕਟਾਂ ਗੈਲਰੀ ਦੀਆਂ ਬਿਲਕੁਲ ਇੱਕ ਪਾਸੇ ਦੀਆਂ ਬੁੱਕ ਕਰਵਾ ਲੈਂਦਾ। ਦੁਨੀਆ ਤੇ ਕਿਸੇ ਅਗਲੇ ਪ੍ਰੋਗਰਾਮ ਤੋਂ ਬੇਖਬਰ ਤਾਰੀ ਤੇ ਪਰਨੀਤ ਦੇ ਪਿਆਰ ਦੀ ਪਤੰਗ ਇਸ਼ਕ ਦੇ ਅਸਮਾਨ ਦੀਆਂ ਉਚਾਈਆਂ ਨਾਪਣ ਲੱਗ ਪਈ। ਇੱਕ ਦਿਨ ਪਰਨੀਤ ਨੇ ਤਾਰੀ ਨੂੰ ਦੱਸਿਆ, ਹੋਰਨਾਂ ਥਾਵਾਂ ਤੋਂ ਇਲਾਵਾ ਅਸੀਂ ਮੇਰੀ ਹਮਰਾਜ਼ ਤੇ ਗੂੜੀ ਸਹੇਲੀ ਹਰਜੀਤ ਦੇ ਘਰ ਵੀ ਮਿਲ ਸਕਦੇ ਹਾਂ, ਕਿਉਂਕਿ ਉਹਦੇ ਮਾਤਾ ਪਿਤਾ ਨੌਕਰੀ 'ਤੇ ਚਲੇ ਜਾਂਦੇ ਆ। ਭਰਾ ਦੇ ਸਕੂਲ ਜਾਣ ਤੋਂ ਬਾਅਦ ਉਹ ਘਰ 'ਚ ਇਕੱਲੀ ਹੁੰਦੀ ਹੈ। ਹਰਜੀਤ ਦਾ ਘਰ ਵੀ ਇੱਕ ਤਰ੍ਹਾਂ ਦੋ ਪ੍ਰੇਮੀਆਂ ਦੀ ਠਾਹਰ ਬਣ ਗਿਆ। ਹਰਜੀਤ ਤਾਰੀ ਨੂੰ ਵੀਰ ਜੀ ਕਰਕੇ ਬੁਲਾਉਣ ਲੱਗ ਪਈ। ਪਰਨੀਤ ਇੰਨੀ ਭੋਲੀ ਸੀ, ਉਹਨੇ ਆਪਣੇ ਭਵਿੱਖ ਲਈ ਕਦੀ ਵੀ ਤਾਰੀ ਨੂੰ ਕਿਹਾ ਨਹੀਂ ਸੀ। ਬੇਫਿਕਰੀ ਸ਼ਾਇਦ ਇਸ ਲਈ ਵੀ ਆ ਜਾਂਦੀ ਸੀ ਵੀ ਜਵਾਨ ਹੁੰਦਿਆਂ ਵੀ ਤਾਰੀ ਨੇ ਕਦੀ ਪਰਨੀਤ ਦਾ ਹੱਥ ਹੱਥਾਂ 'ਚ ਲੈ ਕੇ ਗੱਲ ਬਾਤਾਂ ਕਰਨ ਤੋਂ ਇਲਾਵਾ ਅੱਗੇ ਵਧਣ ਦੀ ਕੋਈ ਗਲਤ ਹਰਕਤ ਨਹੀਂ ਕੀਤੀ। ਇਹ ਸ਼ਾਇਦ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਕਰਕੇ ਵੀ ਸੀ। ਉਹ ਵੀ ਇੱਕ ਚੰਗੇ ਕਿਰਦਾਰ ਦਾ ਪਾਤਰ ਬਣਨਾ ਚਾਹੁੰਦਾ ਸੀ। ਲਗਾਤਾਰ ਹਰਜੀਤ ਦੇ ਘਰ ਮਿਲਣੀਆਂ ਤੋਂ ਬਾਅਦ ਉਹਨੇ ਇੱਕ ਦਿਨ ਤਾਰੀ ਨੂੰ ਕਿਹਾ, ਵੀਰ ਜੀ ਤੁਸੀਂ ਪਰਨੀਤ ਨੂੰ ਟਾਈਮ ਪਾਸ ਕਰਨ ਵਾਸਤੇ ਮਿਲਦੇ ਹੋ ਜਾਂ ਦਿਲੋਂ ਵੀ ਚਾਹੁੰਦੇ ਹੋ? ਉਹਦਾ ਭਾਵ ਸੀ ਅਜਿਹਾ ਪਿਆਰ ਸ਼ਾਦੀ 'ਚ ਵੀ ਹੀ ਸੰਪੂਰਨ ਹੁੰਦਾ ਹੈ। ਉਸ ਦਿਨ ਤਾਰੀ ਨੇ ਖੁੱਲ੍ਹ ਕੇ ਸਪਸ਼ਟ ਜਵਾਬ ਦਿੱਤਾ, ਭੈਣੇ ਮੇਰੀ ਇਹ ਸਾਡਾ ਵਿਆਹ ਨਹੀਂ ਹੋ ਸਕਦਾ। ਤਾਰੀ ਨੇ ਆਪਣੀ ਆਰਥਿਕਤਾ, ਮੁੱਢਲੀ ਵਿੱਦਿਅਕ ਯੋਗਤਾ ਤੇ ਪਰਿਵਾਰ ਬਾਰੇ ਵੀ ਸਪਸ਼ਟ ਦੱਸਿਆ। ਮੈਂ ਇਸ ਵਕਤ 100 ਰੁਪਇਆ ਮਹੀਨਾ ਕਮਾਉਣਾ, ਮੈਟ੍ਰਿਕ ਕਰ ਰਹੀ ਹਾਂ। ਉੱਚੀ ਪੜ੍ਹਾਈ ਕਰਕੇ ਕੋਈ ਸਰਕਾਰੀ ਪੱਕੀ ਨੌਕਰੀ ਲੱਗਣ ਤੋਂ ਪਹਿਲਾਂ ਮੈਂ ਵਿਆਹ ਨਹੀਂ ਕਰਾਉਣਾ। ਰਹੀ ਗੱਲ ਪਿਆਰ ਦੀ, ਮੈਂ ਪਰਨੀਤ ਨੂੰ ਦਿਲੋਂ ਪਿਆਰ ਕਰਦਾ। ਨੌਕਰੀ ਲੱਗਣ ਤੱਕ ਜੇ 5-6 ਸਾਲ ਇੰਤਜ਼ਾਰ ਕਰ ਸਕਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ। ਹਾਂ, ਮੈਂ ਅੱਜ ਤੱਕ ਪਰਨੀਤ ਨਾਲ ਕੋਈ ਵੀ ਕੋਝੀ ਹਰਕਤ ਨਹੀਂ ਕੀਤੀ, ਕਦੀ ਵੀ ਵਿਆਹ ਤੋਂ ਪਹਿਲਾਂ ਔਰਤ ਮਰਦ ਦੇ ਜਿਸਮਾਨੀ ਸੰਬੰਧ ਬਣਾਉਣ ਲਈ ਮਜਬੂਰ ਨਹੀਂ ਕਰਾਂਗਾ। ਤਾਰੀ ਦੀਆਂ ਸਾਫ਼ ਗੱਲਾਂ ਸੁਣ ਕੇ ਦੋਵੇਂ ਸਹੇਲੀਆਂ ਦੇ ਮੂੰਹ ਅੱਡੇ ਰਹਿ ਗਏ। ਹਰਜੀਤ ਬੋਲੀ, ਵੀਰ ਜੀ ਜਵਾਨ ਕੁੜੀਆਂ ਦੇ ਮਾਪੇ ਇੰਨਾ ਲੰਮਾ ਸਮਾਂ ਇੰਤਜ਼ਾਰ ਨਹੀਂ ਕਰ ਸਕਦੇ। ਬਿਹਤਰ ਰਹੀ ਹੈ ਤੁਸੀਂ ਹੌਲੀ ਹੌਲੀ ਇੱਕ ਦੂਜੇ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰੋ। ਹਰਜੀਤ ਦੀ ਸਲਾਹ ਨੇ ਪਰਨੀਤ ਨੂੰ ਧੁਰ ਅੰਦਰ ਤਾਈਂ ਝੰਜੋੜ ਦਿੱਤਾ। ਤਾਰੀ ਲਈ ਵੀ ਬਹੁਤ ਮੁਸ਼ਕਲ ਸੀ। ਅੱਲੜ ਜਜ਼ਬਾਤ ਬੇਮੁਹਾਰੇ ਹੁੰਦੇ ਆ। ਕੋਸ਼ਿਸ਼ ਕਰਨ ਦੇ ਬਾਵਜੂਦ ਪਰਨੀਤ ਆਪਣੇ ਆਪ ਨੂੰ ਤਾਰੀ ਦੇ ਕੋਲ ਆਉਣੋਂ ਰੋਕ ਨਾ ਸਕੀ। ਪਰ ਇਸ ਮਿਲਾਪ ਦੀ ਜਗ੍ਹਾ ਹਰਜੀਤ ਦੇ ਕਹੇ ਅਨੁਸਾਰ ਉਹਦੇ ਘਰ ਹੀ ਹੁੰਦੀ, ਜਿਸ ਕਰਕੇ ਹਰਜੀਤ ਦੀਆਂ ਨਜ਼ਰਾਂ 'ਚ ਤਾਰੀ ਦਾ ਮਾਣ ਸਤਿਕਾਰ ਹੋਰ ਵੀ ਵੱਧ ਗਿਆ। ਉਹਨਾਂ ਵੇਲਿਆਂ 'ਚ ਛੇਤੀ ਮੇਲ ਮਿਲਾਪ ਦਾ ਸਾਧਨ ਸਿਰਫ ਲੈਂਡਲਾਈਨ ਫੋਨ ਹੁੰਦੇ ਸੀ। ਪਰਨੀਤ ਦੇ ਆਉਣ ਤੋਂ ਬਾਅਦ ਤਾਰੀ ਉਸ ਨਾਲ ਹਰਜੀਤ ਦੇ ਘਰ ਜਾਂਦਾ, ਆਪ ਉਚੇਚਾ ਕਦੀ ਨਹੀਂ ਜਾਂਦਾ ਸੀ। ਪਰਨੀਤ ਆਈ ਨੂੰ ਕਾਫੀ ਚਿਰ ਹੋ ਗਿਆ। ਤਾਰੀ ਮਿਲਣ ਲਈ ਤਰਲੋ ਮੱਛੀ ਹੋਣ ਲੱਗਾ, ਖਾਸ ਕਰਕੇ ਪਰਨੀਤ ਦੇ ਨਾ ਆਉਣ ਦੀ ਵਜ੍ਹਾ ਕਰਕੇ। ਅਚਾਨਕ ਇੱਕ ਦਿਨ ਪ੍ਰੈਸ 'ਚ ਕੰਮ ਕਰਦਿਆਂ ਇੱਕ ਕਰਮਚਾਰੀ ਨੇ ਕਿਹਾ, ਫੋਰਮੈਨ ਜੀ ਬਾਹਰ ਤੁਹਾਨੂੰ ਕੋਈ ਕੁੜੀ ਬੁਲਾ ਰਹੀ ਹੈ। ਤਾਰੀ ਦਾ ਧਿਆਨ ਇੱਕਦਮ ਪਰਨੀਤ ਵੱਲ ਗਿਆ। ਇਹ ਤਾਂ ਮੰਗਲਵਾਰ ਹੀ ਆਉਂਦੀ ਹੁੰਦੀ ਸੀ। ਹਰਜੀਤ ਨੂੰ ਵੇਖ ਕੇ ਇੱਕ ਪਲ ਤੱਕ ਕਿਸੇ ਤੌਖਲੇ ਤਹਿਤ ਤਾਰੀ ਦਾ ਦਿਲ ਜ਼ੋਰ ਨਾਲ ਧੜਕਿਆ। ਪਰ ਹਰਜੀਤ ਦੀ ਖਿੜੇ ਮੱਥੇ ਬੁਲਾਈ, ਵੀਰ ਜੀ ਸਤਿ ਸ਼੍ਰੀ ਅਕਾਲ, ਸੁਣ ਕੇ ਕੁਝ ਰਾਹਤ ਹੋਈ। ਤਾਰੀ ਨੇ ਵੀ ਸਤਿਕਾਰ ਨਾਲ ਭੈਣ ਜੀ ਸਤਿ ਸ਼੍ਰੀ ਅਕਾਲ ਆਖਦਿਆਂ ਕਿਹਾ, ਆਓ ਉਹ ਸਾਹਮਣੇ ਚਾਹ ਵਾਲੀ ਦੁਕਾਨ 'ਤੇ ਚੱਲਦੇ ਹਾਂ। ਚਾਹ ਪਾਣੀ ਦੀ ਸੁਲ੍ਹਾ ਤਾਰੀ ਦਾ ਫਰਜ਼ ਵੀ ਸੀ, ਪਰ ਹਰਜੀਤ ਨੇ ਨਾਂਹ ਕਰਦਿਆਂ ਕਿਹਾ, ਵੀਰ ਜੀ ਮੈਂ ਤੁਹਾਨੂੰ ਸੁਨੇਹਾ ਦੇ ਕੇ ਮੁੜ ਜਾਣਾ। ਪਰਨੀਤ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਤੁਸੀਂ ਇਸ ਮੰਗਲਵਾਰ ਸੀਸਗੰਜ ਗੁਰਦੁਆਰੇ ਇੱਕ ਦੂਜੇ ਨੂੰ ਮਿਲ ਲਓ, ਕਿਉਂਕਿ ਉਸ ਤੋਂ ਬਾਅਦ ਪਰਨੀਤ ਦੂਜੇ ਦੀ ਅਮਾਨਤ ਹੋਣ ਵਾਲੀ ਹੈ। ਉਹਦੀ ਮੰਗਣੀ ਹੋ ਜਾਏਗੀ। ਹਰਜੀਤ ਦੇ
ਆਖਰੀ ਬੋਲਾਂ ਤੱਕ ਤਾਰੀ ਇੰਜ ਲੱਗਾ ਰਿਹਾ ਜਿਵੇਂ ਕੋਈ ਬੁੱਤ ਹੋਵੇ। ਚੰਗਾ ਵੀਰ ਜੀ, ਅਸੀਂ ਜਲਦੀ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ। ਹੁਣ ਮੈਂ ਜਾਨੀ ਹਾਂ, ਕਹਿ ਕੇ ਤੁਰਦੀ ਹਰਜੀਤ ਨੂੰ ਦੁਬਾਰਾ ਚਾਹ ਦੀ ਸੁਲਾ ਮਾਰਨਾ ਵੀ ਤਾਰੀ ਭੁੱਲ ਗਿਆ, ਜਿਵੇਂ ਉਹਨੇ ਕੁਝ ਸੁਣਿਆ ਹੀ ਨਾ ਹੋਵੇ। ਹਰਜੀਤ ਤੁਰ ਗਈ। ਤਾਰੀ ਦੀਆਂ ਯਾਦਾਂ ਦੇ ਨਿਰਮਲ ਪਾਣੀਆਂ ਵਿੱਚ ਵਿਛੋੜੇ ਦਾ ਖਿੰਗਰ ਸੁੱਟ ਗਈ। ਬੜੀ ਮੁਸ਼ਕਲ ਨਾਲ ਮੰਗਲਵਾਰ ਆਇਆ। ਤਾਰੀ ਗੁਰਦੁਆਰਾ ਸਾਹਿਬ ਪਹੁੰਚ ਗਿਆ। ਕੁਛ ਹੀ ਦੇਰ ਬਾਅਦ ਦੋਵੇਂ ਸਹੇਲੀਆਂ ਵੀ ਪਹੁੰਚ ਗਈਆਂ। ਉਸ ਵੇਲੇ ਆਖਰੀ ਵਿਛੋੜੇ ਦੇ ਪਲ ਯਾਦ ਕਰਦਾ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ 88ਵੇਂ ਸਾਲ 'ਚ ਵੀ ਭਾਵੁਕ ਹੋ ਜਾਂਦਾ ਹੈ। ਪਰਨੀਤ ਦੀਆਂ ਵਿਛੜਨ ਲੱਗਿਆਂ ਡਬਡਬਾਈਆਂ ਅੱਖਾਂ ਅੱਜ ਵੀ ਨਹੀਂ ਭੁੱਲਦੀਆਂ। ਇਸ ਮੁਹੱਬਤ ਵਿੱਚ ਦੋਵਾਂ ਧਿਰਾਂ ਨੂੰ ਕੋਈ ਗਿਲਾ ਸ਼ਿਕਵਾ ਵੀ ਨਹੀਂ ਸੀ, ਕਿਉਂਕਿ ਦੋਵੇਂ ਧਿਰਾਂ ਇੱਕ ਦੂਜੇ ਦੀ ਮਜਬੂਰੀ ਸਮਝਦੀਆਂ ਸਨ। ਪਹਿਲਾ ਪਿਆਰ ਕੋਈ ਵੀ ਭੁਲਾ ਨਹੀਂ ਸਕਦਾ। ਹੋਇਆ ਇੰਜ ਕਿ ਦਿੱਲੀ ਪੰਜਾਬ ਯੂਨੀਵਰਸਿਟੀ ਦੇ ਕੈਂਪ ਕਾਲਜ ਪ੍ਰੋਫੈਸਰ ਰਾਮ ਸਿੰਘ ਸ਼ਾਮ ਦੀਆਂ ਕਲਾਸਾਂ ਨੂੰ MA ਪੰਜਾਬੀ ਪੜ੍ਹਾਇਆ ਕਰਦੇ ਸੀ। ਉਹਨਾਂ ਦੀ ਇੱਕ ਕਿਤਾਬ ਨਵਯੁੱਗ ਪ੍ਰੈਸ 'ਚ ਛਪ ਰਹੀ ਸੀ, ਜਿਹਦਾ ਨਾਂ ਕਸ਼ਮੀਰ ਤੇ ਕੁੱਲੂ ਸੀ। ਉਹਨੇ ਪ੍ਰੂਫ ਲੈ ਕੇ ਤਾਰੀ ਉਹਨਾਂ ਕੋਲ ਜਾਇਆ ਕਰਦਾ ਸੀ। ਇੱਕ ਦਿਨ ਸ਼ਾਮ ਵੇਲੇ ਜਦੋਂ ਤਾਰੀ ਪ੍ਰੋਫੈਸਰ ਰਾਮ ਸਿੰਘ ਕੋਲ ਕਿਤਾਬ ਦੇ ਪ੍ਰੂਫ ਲੈ ਕੇ ਗਿਆ, ਉਹ ਕਲਾਸ ਪੜ੍ਹਾ ਰਹੇ ਸੀ। ਉਹਨੇ ਕਲਾਸ ਦੇ ਚੱਲਦਿਆਂ ਉਹਨਾਂ ਨੂੰ ਬੁਲਾਉਣਾ ਵਾਜਬ ਨਾ ਸਮਝਿਆ। ਦਰਵਾਜ਼ੇ ਨੇੜੇ ਖਲੋ ਕੇ ਉਹਨਾਂ ਦਾ ਲੈਕਚਰ ਸੁਣਨ ਲੱਗਾ। ਪ੍ਰੋਫੈਸਰ ਸਾਹਿਬ ਜਸਵੰਤ ਸਿੰਘ ਕੰਵਲ ਦੇ ਇੱਕ ਨਾਵਲ ਵਿਚਲੇ ਕਿਸੇ ਪਾਤਰ ਦੇ ਸੁਭਾਅ ਬਾਰੇ ਦੱਸ ਰਹੇ ਸੀ। ਤਾਰੀ ਦਿਲਚਸਪੀ ਨਾਲ ਸੁਣਦਾ ਰਿਹਾ। ਜਦੋਂ ਉਹਨਾਂ ਆਪਣੀ ਗੱਲ ਖਤਮ ਕੀਤੀ, ਤਾਰੀ ਦੇ ਮਨ 'ਚ ਆਇਆ, ਇਹ ਕੰਮ ਤਾਂ ਮੈਂ ਵੀ ਕਰ ਸਕਦਾ, ਸਗੋਂ ਕਿ ਜੇ ਮੈਨੂੰ ਮੌਕਾ ਦਿੱਤਾ ਜਾਏ ਤਾਂ ਮੈਂ ਇਸ ਪਾਤਰ ਦੇ ਸੁਭਾਅ ਬਾਰੇ ਬਿਹਤਰ ਢੰਗ ਨਾਲ ਰੌਸ਼ਨੀ ਪਾ ਸਕਦਾ। ਪ੍ਰੈਸ 'ਚ ਜਸਵੰਤ ਸਿੰਘ ਕੰਵਲ ਦੇ ਨਾਵਲ ਛਪਦੇ ਰਹਿੰਦੇ ਸੀ ਤੇ ਇਹ ਨਾਵਲ ਤਾਰੀ ਨੇ ਪੜ੍ਹਿਆ ਹੋਇਆ ਸੀ। ਤਾਰੀ ਨੇ ਵਾਪਸ ਆ ਕੇ ਪਿਆਰਾ ਸਿੰਘ ਸਹਿਰਾਈ ਨਾਲ ਗੱਲ ਕੀਤੀ। ਮੈਂ ਪ੍ਰੋਫੈਸਰ ਬਣਨਾ ਚਾਹੁੰਦਾ। ਸਹਿਰਾਈ ਹੱਸਦਿਆਂ ਠੇਠ ਮਲਵਈ ਬੋਲੀ 'ਚ ਬੋਲਿਆ, ਉਹ ਸਾਲਿਆ, ਤੈਂ ਅਜੇ ਤਾਂ ਮੈਟ੍ਰਿਕ ਵੀ ਪਾਸ ਨਹੀਂ ਕੀਤੀ, ਮਸਾਂ ਗਿਆਨੀ ਪਾਸ ਕੀਤੀ ਹੈ, ਪ੍ਰੋਫੈਸਰ ਕਿਵੇਂ ਬਣੇਗਾ? ਤਾਰੀ ਦਾ ਪ੍ਰੋਫੈਸਰ ਬਣਨ ਦਾ ਸੁਪਨਾ ਵੀ ਉਹਨਾਂ ਹੀ ਸਾਕਾਰ ਕਰਵਾਇਆ। ਗਿਆਨੀ ਉਹ ਕਰ ਚੁੱਕਾ ਸੀ। 23 ਸਾਲ ਦੀ ਉਮਰੇ ਉਹਨੇ ABC ਤੋਂ ਮੈਟ੍ਰਿਕ ਦੀ ਪੜ੍ਹਾਈ ਸ਼ੁਰੂ ਕੀਤੀ। ਦਿਲਚਸਪ ਗੱਲ ਸੀ, ਕਲਾਸ 'ਚ ਕਈ ਵਿਦਿਆਰਥੀ 8ਵੀਂ 9ਵੀਂ ਜਾਂ ਮੈਟ੍ਰਿਕ ਫੇਲ ਸੀ। ਸਿਰਫ ਤਾਰੀ ਪ੍ਰਾਇਮਰੀ ਪਾਸ ਸੀ। ਇਸ ਲਈ ਉਹਦੀ ਪੜ੍ਹਾਈ ABC ਤੋਂ ਸ਼ੁਰੂ ਹੋਈ। ਫਿਰ FE ਅੰਗਰੇਜ਼ੀ, BA ਅੰਗਰੇਜ਼ੀ, BA ਫਿਲਾਸਫੀ ਨਾਲ ਮੁਕੰਮਲ BA ਕਰ ਲਈ। ਜਦੋਂ ਤਾਰੀ ਨੇ ਗਿਆਨੀ ਪਾਸ ਕੀਤੀ, ਉਦੋਂ ਤੱਕ ਉਹ ਪ੍ਰੈਸ 'ਚ ਹੀ ਸੌਂਦਾ ਸੀ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸ਼ਾਮ ਦੀ ਕਲਾਸ 'ਚ ਜਾਂਦਾ ਸੀ। ਮੈਟ੍ਰਿਕ ਦੀ ਪੜ੍ਹਾਈ ਸ਼ੁਰੂ ਕਰਨ ਤੋਂ ਬਾਅਦ ਉਹਨੇ ਮਹਿਸੂਸ ਕੀਤਾ ਹੁਣ ਪੜ੍ਹਾਈ 'ਚ ਵਿਘਨ ਪੈਂਦਾ ਹੈ। ਇਸ ਲਈ ਮੈਟ੍ਰਿਕ ਦੀ ਪੜ੍ਹਾਈ ਤੋਂ ਲੈ ਕੇ BA ਤੱਕ ਦੀ ਪੜ੍ਹਾਈ ਤਾਰੀ ਨੂੰ ਜਮਨਾ ਪਾਰ ਕ੍ਰਿਸ਼ਨਾ ਨਗਰ ਤੋਂ ਇਲਾਵਾ ਕਈ ਜਗ੍ਹਾ ਕਿਰਾਏ 'ਤੇ ਕਮਰਿਆਂ 'ਚ ਰਹਿ ਕੇ ਪੂਰੀ ਕਰਨੀ ਪਈ। ਇਸ ਲਈ ਕਿਸੇ ਵਾਕਫਕਾਰ ਜ਼ਰੀਏ ਜਮਨਾ ਪਾਰ ਕ੍ਰਿਸ਼ਨਾ ਨਗਰ 'ਚ ਇੱਕ ਕਮਰਾ 15 ਰੁਪਏ ਮਹੀਨੇ ਕਿਰਾਏ 'ਤੇ ਲੈ ਕੇ ਰਹਿਣ ਲੱਗਿਆ। ਸ਼ਾਮ ਨੂੰ ਚੱਲਣ ਵਾਲੀਆਂ ਵੱਖ-ਵੱਖ ਅਕੈਡਮੀਆਂ 'ਚ ਪੜ੍ਹਦਾ, ਸਾਲੋਂ ਸਾਲ ਮੰਜ਼ਿਲਾਂ ਸਰ ਕਰਦਾ, ਵਿੱਦਿਆ ਦੀ ਪੌੜੀਆਂ ਚੜ੍ਹਦਾ ਗਿਆ। MA ਪੰਜਾਬੀ ਕਰਨ ਵਾਸਤੇ ਰੈਗੂਲਰ ਕਲਾਸਾਂ 'ਚ ਜਾਣਾ ਪੈਣਾ ਸੀ। 1959 'ਚ ਪੰਜਾਬ ਯੂਨੀਵਰਸਿਟੀ ਦਾ ਕੈਂਪ ਕਾਲਜ ਬੰਦ ਹੋ ਗਿਆ। ਦਿੱਲੀ ਯੂਨੀਵਰਸਿਟੀ ਨੇ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰਤੀਆਂ। ਇੱਥੇ ਉਹਨੇ MA ਪੰਜਾਬੀ 'ਚ ਦਾਖਲਾ ਲੈ ਲਿਆ। MA ਕਰਦਿਆਂ ਡਾਕਟਰ ਸੁਰਿੰਦਰ ਸਿੰਘ ਕੋਹਲੀ, ਡਾਕਟਰ ਕਾਲਾ ਸਿੰਘ ਬੇਦੀ, ਪ੍ਰੋਫੈਸਰ ਹਰਚਰਨ ਸਿੰਘ ਨਾਟਕਕਾਰ, ਪ੍ਰੋਫੈਸਰ ਵਣਜਾਰਾ ਬੇਦੀ, ਪ੍ਰੋਫੈਸਰ SS ਉੱਪਲ ਤੇ ਜੋਗਿੰਦਰ ਸਿੰਘ ਸੋਢੀ ਵਰਗੇ ਵਿਦਵਾਨਾਂ ਤੋਂ ਪੜ੍ਹਨ ਦਾ ਮੌਕਾ ਮਿਲਿਆ। IC ਨੰਦਾ ਦੇ ਜਾਨਸ਼ੀਨ ਪ੍ਰੋਫੈਸਰ ਹਰਚਰਨ ਸਿੰਘ ਨੇ ਪੰਜਾਬੀ ਨਾਟਕ ਦੀਆਂ ਬਾਰੀਕੀਆਂ ਸਮਝਾ ਕੇ ਚੰਗੀ ਤਰ੍ਹਾਂ ਚੰਡ ਦਿੱਤਾ। ਇਸ ਤਰ੍ਹਾਂ MA ਪੜ੍ਹਾਈ ਪਹਿਲੇ ਦਰਜੇ 'ਚ ਪਾਸ ਕਰਕੇ ਤਾਰੀ ਜੁਲਾਈ 61 ਵਿੱਚ ਪਹਿਲ ਦੇ ਆਧਾਰ 'ਤੇ ਚੋਣ ਹੋਣ ਕਰਕੇ ਵੈਸ਼ ਕਾਲਜ ਰੋਹਤਕ ਵਿੱਚ ਪ੍ਰੋਫੈਸਰੀ ਦੀ ਨੌਕਰੀ ਮਿਲਣ ਤੋਂ ਬਾਅਦ ਤਾਰੀ ਤੋਂ ਪ੍ਰੋਫੈਸਰ ਕਰਤਾਰ ਸਿੰਘ ਬਣ ਗਿਆ। ਕਾਲਜ 'ਚ ਪੰਜਾਬੀ ਦਾ ਪ੍ਰੋਫੈਸਰ ਹੋਣ ਕਰਕੇ ਜ਼ਰੂਰੀ ਸੀ ਪੰਜਾਬੀ ਵਿੱਚ ਵੀ ਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਮਿਲਣੀ ਸੀ। ਦਰਅਸਲ ਨਾਟਕ ਖੇਡਣ ਦੀ ਚੇਟਕ ਤਾਰੀ ਨੂੰ 1949 'ਚ ਗੁਰਮਤ ਪ੍ਰੈਸ ਅੰਮ੍ਰਿਤਸਰ 'ਚ ਕੰਪੋਜ਼ਿਟਰ ਦੀ ਨੌਕਰੀ ਕਰਦਿਆਂ ਅਜੋਕੇ ਦੌਰ ਦੇ ਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ ਦੇ ਪਿਤਾ ਪ੍ਰਿੰਸੀਪਲ SS ਅਮੋਲ ਨੇ ਲਾਈ ਸੀ। ਤਾਰੀ ਦਾ ਰਾਹ ਦਸੇਰਾ ਮਨਸਾ ਸਿੰਘ ਸੋਹਣਾ ਸੁਨੱਖਾ ਹੋਣ ਕਰਕੇ ਤਾਰੀ ਨੂੰ ਅਮੋਲ ਜੀ ਕੋਲ ਲੈ ਗਿਆ। ਉਸ ਵੇਲੇ ਤਾਰੀ ਬਿਲਕੁਲ ਅਲੂਆਂ ਜਿਹਾ ਸੀ। ਜਦੋਂ ਉਹਨੂੰ ਸਟੇਜ 'ਤੇ ਬੋਲਣ ਲਈ ਡਾਇਲਾਗ ਸਮਝਾਏ ਗਏ, ਤਾਰੀ ਨੂੰ ਉਹ ਡਾਇਲਾਗ ਕੁੜੀ ਦੇ ਮੂੰਹੋਂ ਲੱਗੇ। ਉਹਨੂੰ ਅਣਦਾੜੀਆ ਹੋਣ ਕਰਕੇ ਨਾਇਕਾ ਦਾ ਰੋਲ ਦੇਣਾ ਚਾਹੁੰਦੇ ਸੀ, ਪਰ ਉਸ ਵੇਲੇ ਤਾਰੀ ਨੇ ਕੁੜੀ ਦਾ ਰੋਲ ਕਰਨ ਤੋਂ ਨਾ ਕਰਤੀ। ਫਿਰ ਇਸੇ ਨਾਟਕ ਸ਼ਾਮੂ ਸ਼ਾਹ ਵਿੱਚ ਤਾਰੀ ਨੇ ਜੱਜ ਤੇ ਲਾਲ ਚੰਦ ਦੀ ਦੋਹਰੀ ਭੂਮਿਕਾ ਨਿਭਾਈ ਸੀ, ਜਿਸ 'ਚ ਮਨਸਾ ਰਾਮ ਸ਼ਾਮੂ ਸ਼ਾਹ ਬਣਿਆ। ਹਰਬੰਸ ਸਿੰਘ ਖੁਰਾਣਾ ਆਕਾਸ਼ਵਾਣੀ ਜਲੰਧਰ ਵਾਲੇ ਨੇ ਮਜਾਹੀਆ ਰੋਲ ਕੀਤਾ। ਰੋਹਤਕ ਕਾਲਜ ਵਿੱਚ ਨੌਕਰੀ ਲੱਗਣ ਤੋਂ ਬਾਅਦ ਉੱਥੇ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਵੱਲੋਂ ਤਿਆਰ ਕੀਤੇ ਪੰਜਾਬੀ ਇਕਾਂਗੀ 'ਚ ਅੱਜ ਦੇ ਫਿਲਮੀ ਦੁਨੀਆ ਦੇ ਸ਼ੋਅਮੈਨ BCom ਦੇ ਵਿਦਿਆਰਥੀ ਸੁਭਾਸ਼ ਘਈ ਨੂੰ ਉਹਨੇ ਇੱਕ ਰੋਲ 'ਚ ਸਟੇਜ 'ਤੇ ਲਿਆਂਦਾ ਸੀ। ਬਜ਼ੁਰਗ ਕਰਤਾਰ ਸਿੰਘ ਤਿਆਗੀ ਨੂੰ ਤਾਂ ਸਭ ਕੁਝ ਯਾਦ ਹੈ। ਫਿਲਮੀ ਦੁਨੀਆ ਦੀ ਚਮਕ ਦਮਕ ਵਿੱਚ ਸੁਭਾਸ਼ ਘਈ ਜਿਵੇਂ ਸਭ ਕੁਝ ਭੁੱਲ ਗਿਆ ਹੋਵੇ।
ਸਾਰੀ ਰਾਤ ਆਪਣੇ ਸੰਘਰਸ਼ੀ ਜੀਵਨ 'ਚ ਬੀਤੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਤਾਰੀ ਦੀ ਕਦੋਂ ਅੱਖ ਲੱਗੀ ਕੋਈ ਪਤਾ ਨਹੀਂ। ਜਾਗੋ ਮਿੱਟੀ 'ਚ ਵੱਡੇ ਭਰਾ ਜੀ ਦੀ ਆਵਾਜ਼ ਸੁਣ ਸੁਚੇਤ ਹੋਇਆ, ਤਾਰੀ ਤੂੰ ਉੱਠਿਆ ਹੀ ਨਹੀਂ, ਆਪਾਂ ਵਿਚੋਲੇ ਨੂੰ 10 ਵਜੇ ਦਾ ਸਮਾਂ ਦਿੱਤਾ ਹੈ। ਭਰਾ ਜੀ ਥਕਾਵਟ ਹੀ ਇੰਨੀ ਹੋ ਗਈ, ਪਤਾ ਹੀ ਨਹੀਂ ਲੱਗਾ ਕਿੱਥੇ ਪਿਆ ਰਿਹਾ, ਕਹਿ ਕੇ ਉੱਠ ਕੇ ਸਿਰ ਤੇ ਪਰਨਾ ਲਪੇਟਣ ਲੱਗ ਪਿਆ। ਨਹਾਉਣ ਧੋਣ ਤੋਂ ਬਾਅਦ ਤਿਆਰ ਹੋ ਕੇ ਚਾਹ ਵੇਲਾ ਕਰਨ ਤੋਂ ਮਗਰੋਂ ਮਿੱਥੇ ਸਮੇਂ ਅਨੁਸਾਰ ਭਰਾ ਜੀ ਤੇ ਭਰਜਾਈ ਸਮੇਤ ਤਾਰੀ ਔਰ ਪ੍ਰੋਫੈਸਰ ਕਰਤਾਰ ਸਿੰਘ ਵਿਚੋਲੇ ਦੇ ਘਰ ਪਹੁੰਚ ਗਏ। ਉਹਨਾਂ ਵੇਲਿਆਂ 'ਚ ਅੱਜ ਵਾਂਗ ਨਹੀਂ ਸੀ ਕਿ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਮਿਲਿਆ ਜਾਏ, ਇੱਕ ਦੂਜੇ ਦੇ ਹੱਥ 'ਚ ਹੱਥ ਪਾ ਕੇ ਜਨਤਕ ਥਾਵਾਂ 'ਤੇ ਘੁੰਮਿਆ ਜਾਏ ਤੇ ਮਾਪੇ ਆਪਣੇ ਬੱਚਿਆਂ ਦੇ ਅਜਿਹੇ ਕੰਮਾਂ 'ਤੇ ਫਖਰ ਮਹਿਸੂਸ ਕਰਨ। ਭਰੋਸੇਯੋਗ ਵਿਚੋਲੇ ਦੇ ਜ਼ਰੀਏ ਇੱਕ ਦੂਜੇ ਤੋਂ ਅਣਜਾਣ ਕੁੜੀ ਮੁੰਡਾ ਵਿਆਹ ਵਰਗੇ ਪਵਿੱਤਰ ਰਿਸ਼ਤੇ 'ਚ ਬੰਨ੍ਹ ਦਿੱਤੇ ਜਾਂਦੇ ਸੀ ਤੇ ਉਹ ਰਿਸ਼ਤੇ ਤਾਂ ਉਮਰ ਨਿਭਦੇ ਵੀ ਸੀ। ਅੱਜ ਵਾਂਗ ਇਹ ਨਹੀਂ ਸੀ ਵੀ ਸਵੇਰੇ ਵਿਆਹ ਸ਼ਾਮੀ ਤਲਾਕ। ਵਿਚੋਲਾ ਪ੍ਰੋਫੈਸਰ ਬਣੇ ਕਰਤਾਰ ਸਿੰਘ ਤਿਆਗੀ ਨੂੰ ਤੇ ਸਾਰੇ ਪਰਿਵਾਰ ਬਾਰੇ ਬਹੁਤ ਨੇੜਿਓਂ ਜਾਣਦਾ ਸੀ। ਪ੍ਰੋਫੈਸਰ ਬਣਨ ਤੋਂ ਪਹਿਲਾਂ ਦਿੱਲੀ ਜਾਣ ਤੋਂ ਬਾਅਦ ਕਰਤਾਰ ਸਿੰਘ ਤਿਆਗੀ ਦੇ ਤਖੱਲਸ ਹੇਠ ਮੈਗਜ਼ੀਨਾਂ ਤੇ ਅਖਬਾਰਾਂ 'ਚ ਉਹਦੀਆਂ ਅਕਸਰ ਰਚਨਾਵਾਂ ਛਪਦੀਆਂ ਰਹਿੰਦੀਆਂ। ਸੰਗੀਤ ਦੇ ਸ਼ੌਕ ਤੇ ਨਾਟਕ 'ਚ ਕੰਮ ਕਰਨ ਬਾਰੇ ਵੀ ਵਿਚੋਲਾ ਜਾਣਦਾ ਸੀ। ਵਿਚੋਲੇ ਦੇ ਘਰ ਪ੍ਰੋਫੈਸਰ ਕਰਤਾਰ ਸਿੰਘ ਦੀ ਹੋਣ ਵਾਲੀ ਮੰਗੇਤਰ ਤੇ ਫਿਰ ਪਤਨੀ ਅਧਿਆਪਕਾ ਸਤਵੰਤ ਕੌਰ ਚਾਹ ਵਾਲੀ ਟਰੇ ਮੇਜ਼ 'ਤੇ ਰੱਖਣ ਤੋਂ ਬਾਅਦ ਨੰਗੇ ਮੂੰਹ ਉਹਦੇ ਬਿਲਕੁਲ ਸਾਹਮਣੇ ਕੁਰਸੀ 'ਤੇ ਸੁੰਗੜ ਕੇ ਬੈਠ ਗਈ, ਜੋ ਪ੍ਰੋਫੈਸਰ ਸਾਹਿਬ ਦੇ ਦਿਲ 'ਚ ਚਿਤਵੀ ਸੂਰਤ ਤੋਂ ਵੀ ਸੋਹਣੀ ਸੀ। ਉੱਪਰੋਂ ਸਾਦਗੀ ਦੀ ਮੂਰਤ। ਵਿਚੋਲੇ ਨੇ ਹੋਰ ਚੁਸਤੀ ਵਰਤਦਿਆਂ ਕੁੜੀ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਪ੍ਰੋਫੈਸਰ ਦੀ ਕਾਬਲੀਅਤ ਦਾ ਹੋਰ ਪ੍ਰਭਾਵ ਪਾਉਣ ਵਾਸਤੇ ਪ੍ਰੋਫੈਸਰ ਸਾਹਿਬ ਨੂੰ ਮੁਖਾਤਿਬ ਹੁੰਦਿਆਂ ਕਿਹਾ, ਤਿਆਗੀ ਜੀ ਇਸ ਖੁਸ਼ੀ ਦੇ ਮਾਹੌਲ ਨੂੰ ਜ਼ਰਾ ਹੋਰ ਰੰਗੀਨ ਕਰੋ ਜੋ ਸਾਰਿਆਂ ਨੂੰ ਚੰਗਾ ਲੱਗੇ, ਹੈ ਕਿ ਨਹੀਂ? ਆਖ ਦੂਜੇ ਮੈਂਬਰਾਂ ਤੋਂ ਸਿਰ ਉਤਾਂਹ ਠਾਂ ਕਰਕੇ ਵਿਚੋਲੇ ਨੇ ਸਹਿਮਤੀ ਮੰਗੀ। ਸਭਨਾਂ ਨੇ ਵਿਚੋਲੇ ਦੇ ਸੁਝਾਅ ਦੀ ਤਾਈਦ ਕੀਤੀ। ਸੱਭਿਆਚਾਰਕ ਪ੍ਰੋਗਰਾਮਾਂ 'ਚ ਹਿੱਸਾ ਲੈਣ ਤੇ ਨਾਟਕ ਮੰਚਨ ਕਰਨ ਕਰਕੇ ਪ੍ਰੋਫੈਸਰ ਸਾਹਿਬ ਦਾ ਝਾਕਾ ਤਾਂ ਖੁੱਲ੍ਹਾ ਹੀ ਹੋਇਆ ਸੀ। ਉਹਨਾਂ ਵਿਚੋਲੇ ਦੀ ਮਨਸ਼ਾ ਸਮਝਦਿਆਂ ਹੋਇਆਂ ਉਸ ਵੇਲੇ 14ਵੀਂ ਕਾ ਚਾਂਦ ਫਿਲਮ ਦਾ ਬਹੁਤ ਹੀ ਮਸ਼ਹੂਰ ਹੋ ਚੁੱਕਾ ਗੀਤ ਜੋ ਬੱਚੇ ਬੱਚੇ ਦੀ ਜ਼ੁਬਾਨ 'ਤੇ ਸੀ, ਤਰੰਨਮ 'ਚ ਗਾ ਕੇ ਵਿਚੋਲੇ ਦੇ ਘਰ ਵਾਹ ਲੁੱਟੇ। ਪ੍ਰੋਫੈਸਰ ਕਰਤਾਰ ਸਿੰਘ ਦਾ ਵਿਆਹ ਝੱਟ ਮੰਗਣੀ ਪਟਕ ਵਿਆਹ ਵਾਂਗ 3 ਮਹੀਨੇ ਦੇ ਵਿੱਚ ਹੋ ਗਿਆ। ਵਿਚੋਲਾ ਹੋਰ ਲੰਮਾ ਸਮਾਂ ਪਾ ਕੇ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਸੀ। ਚੰਗਾ ਤੇ ਨੌਕਰੀ ਵਾਲਾ ਲੜਕਾ ਮਿਲਦਾ ਵੀ ਕਿੱਥੇ ਸੀ। ਸੋ MA BT ਪਾਸ ਸਰਕਾਰੀ ਸਕੂਲ 'ਚ ਅਧਿਆਪਕਾ ਲੱਗੀ ਸਤਵੰਤ ਕੌਰ ਨਾਲ ਪ੍ਰੋਫੈਸਰ ਸਾਹਿਬ ਦੀ ਰਜ਼ਾਮੰਦੀ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ। 3 ਮਹੀਨੇ ਦੇ ਵਕਫੇ ਬਾਅਦ ਸ਼ਾਦੀ ਦੀ ਤਾਰੀਖ ਵੀ ਤੈਅ ਕਰ ਲਈ ਗਈ। ਸੰਨ 1962 'ਚ 30 ਸਾਲ ਦੀ ਉਮਰੇ ਕਰਤਾਰ ਸਿੰਘ ਤਿਆਗੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਿਆ। ਕਿੰਨੀ ਸਾਦਗੀ ਹੁੰਦੀ ਸੀ ਉਦੋਂ ਵਿਆਹਾਂ 'ਚ। ਬਰਾਤ ਕੋਈ ਜ਼ਿਆਦਾ ਦੂਰ ਨਹੀਂ ਜਾਣੀ ਸੀ, ਤਰਨ ਤਾਰਨ ਦੇ ਦੂਜੇ ਮਹੱਲੇ 'ਚ ਹੀ ਜਾਣੀ ਸੀ। ਸਿਰਫ ਕਰਤਾਰ ਸਿੰਘ ਹੀ ਸਿਹਰਾ ਸਜਾ ਕੇ ਘੋੜੀ 'ਤੇ ਬੈਠਿਆ। ਭਰਜਾਈ ਨੇ ਸੁਰਮਾ ਪਾਉਣ ਦੀ ਰਸਮ ਅਦਾ ਕਰਕੇ ਨਵੇਂ ਨੋਟਾਂ ਵਾਲਾ ਖਰੀਦਿਆ ਹਾਰ ਪਾਤਾ। ਭੈਣ ਨੇ ਵਾਗ ਫੜੀ। ਉਪਰੰਤ ਦਰਬਾਰ ਸਾਹਿਬ ਮੱਥਾ ਟੇਕਣ ਲਈ ਬਾਕੀ ਬਰਾਤ ਪੈਦਲ ਹੀ ਗਈ। ਆਪਣੇ ਵਿਆਹ ਦਾ ਸੱਦਾ ਕਰਤਾਰ ਸਿੰਘ ਨੇ ਹੋਰਨਾਂ ਤੋਂ ਇਲਾਵਾ ਮੰਗਲ ਭਾ ਜਲੇਬੀਆਂ ਵਾਲੇ ਨੂੰ ਆਪ ਜਾ ਕੇ ਦਿੱਤਾ, ਜਿਹਨੇ ਭਰਾਵਾਂ ਵਰਗੇ ਦੋਸਤ ਨੂੰ ਸ਼ਗਨ ਤੋਂ ਇਲਾਵਾ ਆਏ ਬਰਾਤੀਆਂ ਦੀ ਜਲੇਬੀਆਂ ਨਾਲ ਸੇਵਾ ਕੀਤੀ। ਬੇਸ਼ੱਕ ਦੁਕਾਨਦਾਰੀ ਕਰਕੇ ਮੰਗਲ ਬਰਾਤ ਦੇ ਨਾਲ ਨਹੀਂ ਜਾ ਸਕਿਆ, ਪਰ ਉਹ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਫਿਰ ਘੋੜੀ 'ਤੇ ਸਵਾਰ ਹੋ ਗਿਆ। ਬਰਾਤ ਧਰਮਸ਼ਾਲਾ ਵੱਲ ਨੂੰ ਰਵਾਨਾ ਹੋਈ। ਉਸ ਵੇਲੇ ਮੌਕੇ ਦਾ ਮਿਊਨਸਿਪਲ ਕਮਿਸ਼ਨਰ ਕਰਤਾਰ ਸਿੰਘ ਦਾ ਦੂਰੋਂ ਨੇੜਿਓਂ ਰਿਸ਼ਤੇਦਾਰ ਸੀ। ਉਹਨੇ ਡੋਲੀ ਵਾਸਤੇ ਆਪਣੀ ਕਾਰ ਭੇਜਣ ਦਾ ਵਾਅਦਾ ਕੀਤਾ ਸੀ, ਪਰ ਉਹਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਅੰਮ੍ਰਿਤਸਰ ਜਾਣਾ ਪੈ ਗਿਆ, ਜੋ ਸਮੇਂ ਸਿਰ ਵਾਪਸ ਨਹੀਂ ਆਇਆ। ਉਦੋਂ ਆਨੰਦ ਕਾਰਜ ਧਰਮਸ਼ਾਲਾਵਾਂ 'ਚ ਹੀ ਹੁੰਦੇ ਸੀ ਤੇ ਆਨੰਦ ਕਾਰਜ ਦੀ ਰਸਮ ਤੋਂ ਬਾਅਦ ਅੰਨ ਪਾਣੀ ਛਕ ਕੇ ਡੋਲੀ ਤੁਰਨੀ ਸੀ ਤੇ ਕਾਰ ਦਾ ਇੰਤਜ਼ਾਰ ਹੋ ਰਿਹਾ ਸੀ, ਪਰ ਉਹ ਆਈ ਨਾ। ਵੱਡੇ ਭਰਾ ਨੇ ਕਰਤਾਰ ਨੂੰ ਕਿਹਾ, ਤਾਰੀ ਆ 4 ਕਦਮਾਂ 'ਤੇ ਤਾਂ ਜਾਣਾ ਹੈ, ਰਿਕਸ਼ੇ 'ਤੇ ਬੈਠ ਆਪਣੇ ਘਰ ਪਹੁੰਚੀਏ ਲੋਏ ਲੋਏ। ਤਾਰੀ ਦੁਲਹਨ ਸਮੇਤ ਰਿਕਸ਼ੇ 'ਤੇ ਸਵਾਰ ਹੋ ਗਿਆ ਤੇ ਬਾਜ਼ਾਰਾਂ ਵਿੱਚ ਦੀ ਬਰਾਤ ਦੀ ਵਾਪਸੀ ਹੋ ਗਈ। ਘਰ ਦੇ ਨੇੜੇ ਆ ਕੇ ਕਰਤਾਰ ਨੇ ਭਰਾ ਜੀ ਨੂੰ ਪੁੱਛਿਆ, ਭਰਾ ਜੀ ਰਿਕਸ਼ੇ ਵਾਲੇ ਨੂੰ ਕਿੰਨਾ ਕਿਰਾਇਆ ਦੇਣਾ? ਕਿਉਂਕਿ ਕਿਰਾਇਆ ਟੁੱਕਿਆ ਨਹੀਂ ਸੀ। 2 ਰੁਪਏ ਦੇ ਛੱਡੋ, 5 ਮਿੰਟ ਦਾ ਤਾਂ ਰਸਤਾ ਸੀ, ਹੋਰ ਇਹਨੂੰ ਕਿੰਨੇ ਕੁ ਦੇਣੇ ਨੇ? ਤੇ ਵੱਡੇ ਭਰਾ ਨੇ ਲਾਪਰਵਾਹੀ ਜਿਹੀ ਨਾਲ ਆਖਿਆ। ਪ੍ਰੋਫੈਸਰ ਕਰਤਾਰ ਸਿੰਘ ਨੇ ਸੋਚਿਆ, ਇੱਕੋ ਵਾਰੀ ਤਾਂ ਵਿਆਹ ਹੁੰਦਾ, 2 ਰੁਪਈਏ ਘੱਟ ਹੈ। ਰਿਕਸ਼ੇ ਵਾਲਾ ਡੋਲੀ ਲੈ ਕੇ ਆਇਆ। ਕਰਤਾਰ ਸਿੰਘ ਨੇ ਗਲ ਪਾਏ ਹਾਰ 'ਚੋਂ 5 ਦਾ ਨੋਟ ਖਿੱਚ ਕੇ ਰਿਕਸ਼ਾ ਚਾਲਕ ਦੇ ਹੱਥ 'ਤੇ ਰੱਖ ਦਿੱਤਾ। ਉਸ ਵੇਲੇ ਜੋ ਖੁਸ਼ੀ ਰਿਕਸ਼ੇ ਵਾਲੇ ਦੇ ਚਿਹਰੇ 'ਤੇ ਕਰਤਾਰ ਸਿੰਘ ਨੇ ਵੇਖੀ, ਉਹ ਨਹੀਂ ਭੁੱਲਦੀ। ਵਿਆਹ ਦਾ ਵੇਲਾ ਯਾਦ ਕਰਦਿਆਂ ਬਜ਼ੁਰਗ ਕਰਤਾਰ ਸਿੰਘ ਤਿਆਗੀ ਰੋਮਾਂਚ ਨਾਲ ਹੁਣ ਵੀ ਭਰ ਜਾਂਦਾ ਹੈ। ਧੰਨਵਾਦ। ਚੱਲਦਾ।